ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮ ਬਾਣੀ। ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਸ਼੍ਰੀ ਰਾਗ ਮਹੱਲਾ ਪਹਿਲਾ। ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ। ਮਿਲ ਕੇ ਕਰੈ ਕਹਾਣੀਆਂ ਸਮਰਥ ਕੰਤ ਕੀਆਂ। ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ। ਕਰਤਾ ਸਭ ਕੋ ਤੇਰੇ ਜੋਰ। ਏਕ ਸ਼ਬਦ ਵਿਚਾਰੀਐ ਜਾਂ ਤੂੰ ਤਾਂ ਕਿਆ ਹੋਰ। ਰਹਾਉ ਜਾਏ ਪੁੱਛੋ ਸੁਹਾਗਣੀ। ਤੁਸੀਂ ਰਾਵਿਆ ਕਿਨੀ ਗੁਣੀ। ਸਹਿਜ ਸੰਤੋਖ ਸ਼ਿੰਗਾਰੀਆਂ। ਮਿੱਠਾ ਬੋਲਣੀ ਫਿਰ ਰਿਸਾਲੂ ਤਾਂ ਮਿਲੈ। ਜਾਂ ਗੁਰ ਕਾ ਸ਼ਬਦ ਸੁਣੀ। ਕੀਤੀਆਂ ਤੇਰੀਆਂ ਕੁਦਰਤੀ। ਕੇਵਡ ਤੇਰੀ ਦਾਤ।
सिफत करें दिन रात, केते तेरे रूप रंग, केते जात अजात, सच मिलै सच उपजै, सच में सच समाए, सुरत होवे पत उगवै, गुर बचनी पौ खाए, नानक सच्चा पातशाह, आपे लय मिलाए, सच मिलै सच उपजै, सच में सच समाए, सुरत होवे पत उगवै, गुर बचनी पौ खाए, नानक सच्चा पातशाह, आपे लय मिलाए। वाहिगुरु जी का खालसा, वाहिगुरु जी की फतेह। ये पावन शब्द जो श्री राग अंदर जगत गुरु गुरु नानक साहब महाराज जी दे पवित्र मुख तो उचारण होया। श्री गुरु ग्रंथ साहिब पातशाह महाराज जी दे 17, 18 अंग ते दर्ज है। इस पावन शब्द दी विचार भाई बचित्र सिंह जी हेड ग्रंथी गुरुद्वारा नानक प्याओ साहब आप जी नूं सरवण करवाउणगे। एक दिन दा उन्हां दा समा है साडे पास। इस महीने दी संगरांद 16 तरीक नूं है। अठवें पातशाह गुरु हरकृष्ण साहब महाराज जी का पवित्र पावन प्रकाश गुरपुरब 22 तरीक नूं है, जो गुरुद्वारा रकाबगंज साहब भाई लखी शाह वणजारा हाल अंदर मनाया जाएगा। 20 तरीक रात दे विशेष कीर्तन समागम बंगला साहब सरोवर की परिक्रमा विच होणगे। शाम नूं 7 बजे तो लैके रात 12 बजे तक। 21 तरीक शाम दे विशेष समागम सीसगंज साहब होणगे। सो सारियां संगतां नूं बेनती है सेवा करके हाजरियां भर के गुरु कीयां बख्शिशां प्राप्त करनियां। तीनों ही दिन विशेष दीपमाला होवेगी, लाइटिंग होवेगी। आप जी किसी ने भी गुरु दे पावन गुरपुरब की सेवा लैनी होवे प्रबंधक सेवादारां नाल संपर्क कर सकते हो। आओ यतन करिए सड़कों के उत्ते असी खलारे पाउण की थां ते तेरा लंगर मेरा लंगर ये वखरेवें चों निकल के आप सारियां सेवावां गुरु के लंगरां विच करिए, ताकि जो भी बंगला साहब आवे, रकाबगंज साहब आवे,
ਉਹ ਕਵੇ ਕਿ ਮੈਂ ਗੁਰੂ ਦੇ ਗੁਰਪੁਰਬ ਤੇ ਗਿਆ ਸੀ। ਅੱਜ ਉੱਥੇ 36 ਪ੍ਰਕਾਰ ਦੀਆਂ ਨਿਆਮਤਾਂ ਸਨ। ਲੰਗਰ ਦੇ ਵਿੱਚ ਗੁਰੂ ਦੀ ਵਡਿਆਈ, ਸਿੱਖ ਦੀ ਵਡਿਆਈ ਹੈ। ਗੁਰੂ ਦੀ ਮਹਿਮਾ ਹੀ ਸਿੱਖ ਦੀ ਮਹਿਮਾ ਹੈ। ਸਿੱਖ ਦਾ ਆਪਣਾ ਕੁਝ ਵੀ ਨਹੀਂ ਹੈ। ਸੋ ਆਪਾਂ ਨੂੰ ਹਰ ਸੇਵਾ ਗੁਰੂ ਨੂੰ ਸਮਰਪਿਤ ਹੋ ਕੇ ਕਰਨੀ ਚਾਹੀਦੀ ਹੈ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਅਗਲੇ ਸਮੇਂ ਲਈ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਨਾਹੰ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀਂ ਵਿਸਰਿਆ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ, ਜਿਸ ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਰ ਨਉ ਨਿਧ ਆਵੈ ਧਾਏ, ਕਰ ਨਉ ਨਿਧ ਆਵੈ ਧਾਏ, ਕਰ ਨਉ ਨਿਧ ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਮਹਾਨ ਪਵਿੱਤਰ ਜਪ ਤਪ ਵਾਲੇ ਮਹਿਮਾਮਈ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਦੀ ਯਾਤਰਾ ਕਰ ਰਹੇ, ਹਾਜ਼ਰੀਆਂ ਭਰ ਰਹੇ। ਟਾਈਮ ਟੀਵੀ ਚੜ੍ਹਦੀ ਕਲਾ ਰਾਹੀਂ ਘਰਾਂ ਵਿੱਚ ਬੈਠ ਕੇ ਇਸ ਮਹਾਨ ਪਵਿੱਤਰ ਦਰਬਾਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਵਡਭਾਗੀ ਗੁਰੂ ਪਿਆਰਿਓ, ਪਾਵਨ ਪਵਿੱਤਰ ਸ਼ਬਦ ਜਿਸ ਦਾ ਮੂਲ ਪਾਠ, ਸ਼ੁੱਧ ਪਾਠ, ਮਾਨਯੋਗ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਜੀ ਕੋਲੋਂ ਆਪ ਜੀ ਨੇ ਸਰਵਣ ਕੀਤਾ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਸ਼ਬਦ, ਜਿਵੇਂ ਮਾਨਯੋਗ ਸਿੰਘ ਸਾਹਿਬ ਹੋਣਾ ਨੇ ਆਪ ਜੀ ਨੂੰ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 17 ਅਤੇ 18 'ਤੇ ਸੁਸ਼ੋਭਿਤ ਹੈ। ਸ਼ਬਦ ਵਿੱਚ ਰਹਾਉ ਦੀ ਪੰਕਤੀ ਹੈ, ਜਿਹਦੇ ਵਿੱਚ ਸ਼ਬਦ ਦਾ ਸੈਂਟਰਲ ਆਈਡੀਆ ਹੈ, ਕੇਂਦਰੀ ਭਾਵ ਹੈ ਕਰਤਾ
ਐ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਪਰਮਾਤਮਾ, ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲੇ ਪਰਮਾਤਮਾ, ਸਭ ਕੋ ਤੇਰਾ ਜ਼ੋਰ, ਸਭ ਤੇਰੀ ਤਾਕਤ ਦੇ ਅਧੀਨ ਨੇ, ਸਭ ਤੇਰੀ ਰਜ਼ਾ ਵਿੱਚ ਨੇ। ਤੂੰ ਕਾਇਨਾਤ ਨੂੰ ਪੈਦਾ ਕਰਕੇ ਆਪਣੀ ਰਜ਼ਾ ਵਿੱਚ ਤੋਰ ਰਿਹਾ। ਗੁਰਬਾਣੀ ਦੇ ਪਵਿੱਤਰ ਬਚਨ ਨੇ, ਕੀਤਾ ਕਰਨਾ ਸਰਬ ਰਜ਼ਾਈ, ਜੋ ਕਰਤਾ ਪੁਰਖ ਨੇ ਪਹਿਲਾਂ ਕੀਤਾ ਆਪਣੀ ਰਜ਼ਾ ਵਿੱਚ ਕੀਤਾ, ਆਪਣੀ ਮੌਜ ਵਿੱਚ ਕੀਤਾ। ਮੈਂ ਕਈ ਵਾਰ ਇੱਕ ਉਦਾਹਰਣ ਦਿੰਦਾ, ਅਸੀਂ ਆਏ ਹਾਂ, ਮਰਜ਼ੀ ਨਾਲ ਆਏ ਹਾਂ, ਮਰਜ਼ੀ ਨਾਲ ਜੀ ਸਕਦੇ ਹਾਂ, ਮਰਜ਼ੀ ਨਾਲ ਇੱਥੇ ਰਹਿ ਸਕਦੇ ਹਾਂ। ਕੋਈ ਕਦੀ ਆਪਣੀ ਮਰਜ਼ੀ ਨਾਲ ਸੰਸਾਰ ਵਿੱਚ ਰਹਿ ਸਕਿਆ? ਸਾਨੂੰ ਉਹਨੇ ਭੇਜਿਆ, ਪੁੱਛ ਕੇ ਨਹੀਂ ਭੇਜਿਆ। ਅਤੇ ਜਦ ਉਹ ਸਮੇਟਦਾ ਉਦੋਂ ਵੀ ਕਿਸੇ ਨੂੰ ਪੁੱਛਦਾ ਨਹੀਂ। ਗੁਰਬਾਣੀ ਦਾ ਇਹ ਫੈਸਲਾ ਹੈ ਵੀ ਸਭ ਕੁਛ ਰੱਬ ਦੀ ਰਜ਼ਾ ਵਿੱਚ ਹੁੰਦਾ ਹੈ। ਕੀਤਾ ਜੋ ਰੱਬ ਜੀ ਨੇ ਕੀਤਾ, ਕੀਤਾ ਤੂੰ ਉਹਨੂੰ ਰੋਕ ਨਹੀਂ ਸਕਦਾ। ਕਰਨਾ ਜੋ ਉਹਨੇ ਅੱਗੇ ਕਰਨਾ ਸਰਬ ਰਜ਼ਾਈ, ਸਭ ਕੁਛ ਉਹਦੀ ਰਜ਼ਾ ਵਿੱਚ, ਹੁਕਮ ਵਿੱਚ ਹੈ। ਕੋਈ ਉੱਜੜਦਾ, ਕੋਈ ਵਸਦਾ, ਕੋਈ ਚੰਗਾ ਹੁੰਦਾ, ਕੋਈ ਮਾੜਾ ਹੁੰਦਾ। ਗੁਰਬਾਣੀ ਦਾ ਫੈਸਲਾ ਹੈ, ਭਾਣੇ ਉੱਜੜ ਭਾਣੇ ਰਾਹਾ। ਕਹਿਣ ਲੱਗੇ ਤੇਰੀ ਰਜ਼ਾ ਵਿੱਚ ਹੀ ਬੰਦਾ ਉੱਜੜਦਾ ਵਾ, ਵਿਕਾਰਾਂ ਵਿੱਚ ਗਲਤਾਨ ਹੁੰਦਾ। ਜਦ ਤੂੰ ਕਿਰਪਾ ਕਰਦਾ ਤੇ ਚੰਗੇ ਰਾਹ 'ਤੇ ਤੋਰ ਦਿੰਦਾ। ਇਹ ਤੇਰੀਆਂ ਕੱਠ ਪੁਤਲੀਆਂ ਨੇ, ਇਹਨਾਂ ਜੀਵਾਂ ਨੂੰ ਜਿਵੇਂ ਤੂੰ ਨਚਾਨਾ ਇਹ ਨੱਚੀ ਜਾਂਦੇ ਨੇ। ਜਿਵੇਂ ਦਾਨੇ ਇੱਕ ਐਗਜ਼ੈਂਪਲ ਦਿਆ ਕਰਦੇ ਨੇ ਵੀ ਹਵਾ ਵਿੱਚ ਸੁੱਕਾ ਪੱਤਾ ਦਰਖਤ ਨਾਲੋਂ ਟੁੱਟ ਗਿਆ ਹਵਾ ਦੇ ਨਾਲ, ਉਹ ਆਪਣੀ ਮਰਜ਼ੀ ਨਾਲ ਡਿੱਗ ਸਕਦਾ, ਆਪਣੀ ਮਰਜ਼ੀ ਨਾਲ ਚੱਲ ਸਕਦਾ। ਜਿੱਥੇ ਉਹਨੂੰ ਹਵਾ ਸੁੱਟੇਗੀ ਡਿੱਗ ਪਏਗਾ, ਜਿੱਥੋਂ ਚੁੱਕੇਗੀ ਉੱਠ ਪਏਗਾ। ਜੀਵ ਇਵੇਂ ਨੇ ਤੇਰੀ ਰਜ਼ਾ ਅੰਦਰ, ਜਿਵੇਂ ਸੁੱਕਾ ਪੱਤਾ ਦਰਖਤ ਨਾਲੋਂ ਟੁੱਟ ਜਾਂਦਾ ਹੈ, ਉਹਦੀ ਆਪਣੀ ਮਰਜ਼ੀ ਨਹੀਂ ਚੱਲਦੀ। ਸਾਹਿਬ ਕਹਿਣ ਲੱਗੇ ਕੀਤਾ ਕਰਨਾ ਸਰਬ ਰਜ਼ਾਈ, ਕਿਸ ਕੀਚੈ ਜੇ ਕਰ ਸਕੀਐ। ਕਹਿਣ ਲੱਗੇ ਜੇ ਬੰਦਿਆ ਤੂੰ ਕੁਝ ਕਰ ਸਕਦਾ ਤੇ ਕਰਕੇ ਦੇਖ ਲਾ। ਅਗਰ ਤੂੰ ਕੁਛ ਕਰ ਵੀ ਸਕਦਾ, ਤੇਰੇ ਕੋਲੋਂ ਕੁਝ ਹੋ ਵੀ ਜਾਏ ਤੇਰੀ ਮਰਜ਼ੀ ਦੇ ਮੁਤਾਬਕ, ਜੋ ਤੂੰ ਚਿਤਵਿਆ, ਜਿਹੜੀ ਧਿਆਨ ਦੇਣਾ, ਤੇ ਉਹਦਾ ਕ੍ਰੈਡਿਟ ਆਪ ਨਾ ਲੈ ਲਈ। ਜੇ ਤੇਰੀ ਮਰਜ਼ੀ ਦੇ ਮੁਤਾਬਕ ਕੁਝ ਹੋ ਜਾਏ ਜੋ ਤੂੰ ਚਾਹੁੰਦਾ, ਤੇ ਉਹਨੂੰ ਇਸ ਐਂਗਲ ਤੋਂ ਸੋਚੀ ਵੀ ਪਰਮਾਤਮਾ ਵੀ ਚਾਹੁੰਦਾ ਹੀ ਸੀ ਵੀ ਇਹ ਹੋ ਜਾਏ। ਜੇ ਉਹ ਨਾ ਚਾਹੁੰਦਾ ਤੇ ਇਹ ਕੰਮ ਨਾ ਹੁੰਦਾ। ਆਪਣਾ ਕੀਤਾ ਕਿਛੂ ਨਾ ਹੋਵੇ, ਅਸੀਂ ਆਪਣੇ ਪੈਦਾ ਕੀਤੇ ਆਪ ਨਹੀਂ ਹੈ, ਤਾਂ ਸਾਡੇ ਕੋਲ ਕੀ ਹੋਏਗਾ। ਨਾਨਕ ਗੁਰੂ ਜੀ ਦੇ ਅੰਮ੍ਰਿਤ ਪਵਿੱਤਰ ਬਚਨ ਨੇ, ਜਪ ਨਿਸ਼ਾਨ ਅੰਦਰ ਸਤਿਗੁਰੂ ਕਹਿਣ ਲੱਗੇ ਤੇਰੇ ਤੇ ਕੰਟਰੋਲ ਪਰਮਾਤਮਾ ਦਾ, ਤੇਰੇ ਸਰੀਰ ਤੇ ਵੀ ਕੰਟਰੋਲ ਪਰਮਾਤਮਾ ਦਾ, ਤੇਰਾ ਆਪਣਾ ਨਹੀਂ ਆ। ਸਰੀਰ ਤੈਨੂੰ ਪੁੱਛ ਕੇ ਨਹੀਂ ਚੱਲ ਰਿਹਾ, ਚੱਲ ਰਿਹਾ। ਮੈਂ ਕਈ ਵਾਰ ਉਦਾਹਰਣ ਦਿੰਦਾ, ਬਚਪਨ ਗੁਜ਼ਰ ਗਿਆ, ਰੋਕ ਨਹੀਂ ਸਕੇ। ਮੀਨਿੰਗ ਕੀ ਆ ਵੀ ਸਾਡੀ ਰਜ਼ਾ ਮੁਤਾਬਕ ਕੁਛ ਨਹੀਂ ਹੋ ਰਿਹਾ। ਗੁਰੂ ਪਿਆਰਿਓ, ਜਵਾਨੀ ਆਈ, ਉਸ ਨੂੰ ਬੰਦਾ ਜਾਣ ਨਹੀਂ ਦੇਣਾ ਚਾਹੁੰਦਾ, ਉਹ ਚਲੇ ਜਾਂਦੀ ਹੈ। ਇਹਦਾ ਮੀਨਿੰਗ ਕੀ ਹੈ ਕਿ ਸਾਡੀ ਸੋਚ ਮੁਤਾਬਕ ਕੁਛ ਨਹੀਂ ਹੋ ਰਿਹਾ। ਬੁਢੇਪਾ ਜਿਸ ਨੂੰ ਬੰਦਾ ਆਉਣ ਨਹੀਂ ਦੇਣਾ ਚਾਹੁੰਦਾ, ਉਹ ਆਂਦਾ ਤੇ ਕਬਜ਼ਾ ਕਰ ਲੈਂਦਾ, ਜਾਂਦਾ ਨਹੀਂ। ਸਤਿਗੁਰੂ ਕਹਿਣ ਲੱਗੇ ਤੇਰਾ ਤੇ ਆਪਣੇ ਸਰੀਰ ਤੇ ਹੀ ਕੰਟਰੋਲ ਨਹੀਂ ਆ, ਤੇਰਾ ਸਰੀਰ ਹੀ ਤੇਰੀ ਮਰਜ਼ੀ ਮੁਤਾਬਕ ਨਹੀਂ ਚੱਲ ਰਿਹਾ, ਉਹਦੀ ਰਜ਼ਾ ਵਿੱਚ ਚੱਲ ਰਿਹਾ। ਅਕਸਰ ਮੈਂ ਜਦੋਂ ਨਾਨਕ ਪਿਆਓ ਸਾਹਿਬ ਵਿਖੇ ਕਿਰਿਆ ਹੁੰਦੀ, ਮੈਂ ਬੇਨਤੀ ਕਰਦਾ ਹੁੰਦਾ
ਕਿਸੇ ਨੂੰ ਪਤਾ ਵੀ ਕਿੰਨੀ ਦੇਰ ਲਈ ਆਏ ਹਾਂ? ਸਾਨੂੰ ਤਾਂ ਇੰਨਾ ਵੀ ਨਹੀਂ ਪਤਾ। ਕਿੰਨੀ ਦੇਰ ਲਈ ਆਏ ਆ ਭੇਜਣ ਵਾਲਾ ਪਰਮਾਤਮਾ ਜਾਣਦਾ। ਤੇ ਗੁਰੂ ਨਾਨਕ ਦੇ ਪਿਤਾ ਕਹਿਣ ਲੱਗੇ, ਆਖਣ ਜੋਰ ਪਿਆਰਿਆ ਤੇਰਾ ਬੋਲਣ ਤੇ ਵੀ ਜ਼ੋਰ ਨਹੀਂ ਹੈ। ਕਈ ਵਾਰ ਉਹ ਬੋਲ ਦਿੰਦੇ ਆ ਜੋ ਬੋਲਣਾ ਨਹੀਂ ਚਾਹੀਦਾ। ਤੁਸੀਂ ਸੋਸ਼ਲ ਮੀਡੀਆ ਰਾਹੀਂ ਕਈਆਂ ਦੇ ਸੁਣਿਆ, ਉਹ ਬੋਲਿਆ ਗਿਆ ਜੋ ਬੋਲਣਾ ਨਹੀਂ ਸੀ ਚਾਹੀਦਾ। ਕਈ ਵਾਰ ਬੰਦਾ ਬੋਲ ਕੇ ਪਛਤਾਉਂਦਾ, ਮੈਂ ਕਿਉਂ ਬੋਲਿਆ। ਤੇ ਕਈ ਵਾਰ ਇਹੀ ਬੰਦਾ ਚੁੱਪ ਰਹਿ ਕੇ ਵੀ ਪਛਤਾਉਂਦਾ, ਮੈਂ ਇੱਥੇ ਚੁੱਪ ਕਿਉਂ ਰਿਹਾ, ਮੈਨੂੰ ਇੱਥੇ ਬੋਲਣਾ ਚਾਹੀਦਾ ਸੀ। ਇਹਦਾ ਮੀਨਿੰਗ ਕੀ ਹੈ? ਇਹਦਾ ਅਰਥ ਹੈ ਕਿ ਤੇਰਾ ਬੋਲਣ ਤੇ ਕੰਟਰੋਲ ਨਹੀਂ ਆ, ਤੇਰਾ ਚੁੱਪ ਰਹਿਣ ਤੇ ਵੀ ਜ਼ੋਰ ਨਹੀਂ ਆ। ਜ਼ੋਰ ਨਾ ਜੀਵਨ, ਯਾਦ ਰੱਖੀ, ਧੱਕੇ ਨਾਲ ਜੀ ਨਹੀਂ ਸਕੇਗਾ, ਜ਼ੋਰ ਨਾਲ ਜੀ ਨਹੀਂ ਸਕੇਗਾ। ਜਿੰਨੀ ਮਰਜ਼ੀ ਚਿਰ ਜੀ ਨਹੀਂ ਸਕੇਗਾ। ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਕਹਿਣ ਲੱਗੇ ਮੌਤ ਤੇ ਵੀ ਤੇਰਾ ਜ਼ੋਰ ਨਹੀਂ ਹੋ। ਕਈ ਮਰਨਾ ਚਾਹੁੰਦੇ ਨੇ, ਸੁਸਾਇਡ ਕਰਦੇ ਨੇ, ਮਰਦੇ ਨਹੀਂ, ਕਿਉਂਕਿ ਮਰਨ ਤੇ ਵੀ ਤੇਰਾ ਜ਼ੋਰ ਨਹੀਂ ਆ। ਹਜ਼ੂਰ ਆਖਦੇ, ਆਖਣ ਜੋਰ ਚੁੱਪੇ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸ਼ੋਰ। ਧੱਕੇ ਨਾਲ ਦੌਲਤ ਤੈਨੂੰ ਮਿਲ ਜਾਏਗੀ, ਰਾਜ ਮਾਲ ਵੀ ਤੇਰੀ ਤਾਕਤ ਨਾਲ ਤੈਨੂੰ ਨਹੀਂ ਮਿਲਣਾ। ਇਹ ਵੀ ਪਰਮਾਤਮਾ ਹੀ ਦਿੰਦਾ ਹੀ ਹੋ, ਇਹ ਵੀ ਭਗਵਾਨ ਹੀ ਦਿੰਦਾ ਹੀ ਹੋ। ਤੇ ਜਿਹੜਾ ਤੇਰੇ ਮਨ ਅੰਦਰ ਸ਼ੋਰ ਹੈ, ਵਿਕਾਰਾਂ ਦਾ ਰੌਲਾ ਪਿਆ ਹੋਇਆ ਅੰਦਰ, ਤੇ ਕੁਰਕਸ਼ੇਤਰ ਚੱਲ ਰਿਹਾ ਬੰਦੇ ਦੇ, ਉਹਨੂੰ ਸ਼ਾਂਤ ਕਰਨ ਵਿੱਚ ਵੀ ਤੇਰਾ ਜ਼ੋਰ ਨਹੀਂ ਆ, ਤੇਰੀ ਤਾਕਤ ਕੰਮ ਨਹੀਂ ਕਰਦੀ। ਜ਼ੋਰ ਨਾ ਮੰਗਣ। ਕਈ ਵਾਰ ਬੰਦਾ ਨਾ ਚਾਹੁੰਦਿਆਂ ਵੀ ਮੰਗਦਾ ਜੇ, ਤੇ ਕਈ ਵਾਰ ਬੰਦਾ ਮੰਗ ਕੇ ਪਛਤਾਉਂਦਾ, ਕਈ ਵਾਰ ਦੇ ਕੇ ਪਛਤਾਉਂਦਾ। ਸਤਿਗੁਰੂ ਕਹਿਣ ਲੱਗੇ, ਐ ਮੇਰੇ ਵਾਹਿਗੁਰੂ ਸਭ ਕੋ ਤੇਰਾ ਜੋਰ, ਸਭ ਤੇਰੇ ਜੋਰ ਨੇ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਦੂਜਾ ਅਵਰ ਨਾ ਕੋਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਇੱਕ ਹੋਰ ਬਚਨ ਹੈ, ਕੀਤਾ ਕਹਾਂ ਕਰੇ ਮਨ ਮਾਨ। ਰੱਬ ਦੇ ਬਣਾਏ ਬੰਦਿਆ ਕਾਹਦਾ ਮਾਨ ਕਰਦਾ ਤੂੰ, ਕਾਹਦਾ ਆਹੰ ਕਰਦਾ, ਕਿਉਂ ਹੰਕਾਰ ਵਿੱਚ ਜੀ ਰਿਹਾ। ਦੇਵਨਹਾਰੈ ਕੈ ਹੱਥ ਦਾਨ। ਜਿਹੜਾ ਦੇਣ ਵਾਲਾ ਪਰਮਾਤਮਾ ਨਾ, ਉਹਨੇ ਸਾਰਾ ਦਾਨ ਆਪਣੇ ਹੱਥ ਵਿੱਚ ਰੱਖਿਆ। ਇੱਕ ਦੂਜੇ ਨੂੰ ਪਰਮਾਤਮਾ ਪੁੱਛ ਕੇ ਦਿੰਦਾ। ਤੁਸੀਂ ਕਲਪਨਾ ਕਰਕੇ ਦੇਖੋ, ਜੇ ਪਰਮਾਤਮਾ ਮੈਨੂੰ ਦੇਣ ਲੱਗਿਆ ਦੂਸਰੇ ਨੂੰ ਪੁੱਛੇ, ਤੇ ਕੋਈ ਕਿਸੇ ਨੂੰ ਦੇਣ ਦਾ ਹੈ, ਤੇ ਈਸ਼ਵਰ ਦੀ, ਉਸ ਕਰਤਾ ਪੁਰਖ ਦੀ ਵੱਡੀ ਵਡਿਆਈ ਪਤਾ ਕੀ ਹੈ? ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਸਾਹਿਬ ਫਰਮਾਉਂਦੇ ਨੇ, ਕੀਤਾ ਕਹਾਂ ਕਰੈ ਮਨ ਮਾਨ, ਦੇਵਨ ਹਾਰੈ ਕੈ ਹੱਥ ਦਾਨ। ਭਾਵੇਂ ਦੇ ਨਾ ਦੇਈ ਸੋਏ, ਕੀਤੇ ਕੇ ਕਹਿਆ ਕਿਆ ਹੋਏ। ਤੇਰੇ ਕਹਿਣ ਮੁਤਾਬਕ ਕੁਝ ਹੋਏਗਾ, ਤੇਰੀ ਸੋਚ ਮੁਤਾਬਕ ਕੁਝ ਹੋ ਸਕਦਾ ਹੈ। ਮੈਂ ਫਿਰ ਸ਼ਬਦ ਰਿਪੀਟ ਕਰਾਂ, ਅਗਰ ਗੁਰੂ ਪਿਆਰਿਓ ਅਸੀਂ ਕੁਝ ਚਿਤਵਿਆ, ਉਹ ਹੋ ਗਿਆ, ਤੇ ਇਹਦਾ ਅਰਥ ਹੁੰਦਾ ਹੈ ਵੀ ਪਰਮਾਤਮਾ ਵੀ ਚਾਹੁੰਦਾ ਸੀ ਇਹ ਹੋ ਜਾਏ। ਤੇ ਹਜ਼ੂਰ ਫਰਮਾਉਂਦੇ ਨੇ, ਕਰਤਾ ਸਭ ਕੋ ਤੇਰਾ ਜੋਰ। ਸਭ ਤੇਰੇ ਵਸ ਵਿੱਚ ਨੇ, ਤੇਰੀ ਰਜ਼ਾ ਵਿੱਚ ਨੇ। ਜਦ ਬੰਦਾ ਇਸ ਗੱਲ ਨੂੰ ਸਮਝ ਜਾਂਦਾ ਹੈ ਨਾ, ਤੇ ਫਿਰ ਕਿਸੇ ਤੋਂ ਨਫ਼ਰਤ ਨਹੀਂ ਬੰਦਾ ਕਰਦਾ। ਅੱਗੇ ਹਜ਼ੂਰ ਫਰਮਾਉਂਦੇ ਨੇ, ਏਕ ਸ਼ਬਦ ਵਿਚਾਰੀਐ। ਜੇ ਇੱਕ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਜਾਏ, ਇੱਕ ਗੁਰੂ ਦਾ ਸ਼ਬਦ, ਗੁਰੂ ਗਿਆਨ ਹਿਰਦੇ ਵਿੱਚ ਵਸਾਇਆ ਜਾਏ, ਜਾਂ ਜਦੋਂ ਤੂੰ ਬੰਦੇ ਵੱਲ ਹੋਵੇਂ, ਜਿਹੜਾ ਸ਼ਬਦ ਦੀ ਵਿਚਾਰ ਕਰਦਾ ਹੈ, ਸ਼ਬਦ ਨਾਲ ਜੁੜਦਾ ਹੈ,
गुरु ग्रंथ साहिब महाराज शब्द गुरु ने। मैं आप जी के चरणों में एक बेनती करा, शब्द गुरु नाल जुड़िया कदी नहीं जी विछड़दा। विछड़ सकता है? किसी शरीर नाल जुड़ोगे विछोड़ा होएगा, पर शब्द नाल मिलिया होया कदी बंदा नहीं जे विछड़दा। शब्द मिले से विछड़े ना ही जेडे शब्द नाल मिलते हैं। शायद इसे लिए गुरु जी ने शब्द नाल जोड़िया है। शब्द हर जगह ते तेरी अगवाही कर सकता है। तुहाडा की ख्याल है कि जिहड़ा गुरु का ज्ञान है, गुरु का शब्द है, वो साडी अगवाही केवल गुरुद्वारे च कर सकता है? किसी भी मुकाम ते तैनू कोई प्रॉब्लम आ, शब्द हर जगह ते तेरी अगवाही करेगा, हर पक्ष तो अगवाही करेगा। जेड़े गुरु के शब्द नूं विचारदे ने उन्हां दा ये ख्याल बन जाता है, उन्हां दा ये विश्वास बन जाता है कि जां तू जे तू मेरे वल है तां क्या होर मेरा कोई की बिगाड़ लेगा। जे तू वल है ना तो मेरा कोई कुछ नहीं बिगाड़ सकता, तो जे तू वल नहीं ना तो मैं विगड़िया ही विगड़िया वां। मैं एक प्रमाण तुहाडे सामने रखन लगा, जिहदे वल परमात्मा होए ना, श्री गुरु ग्रंथ साहिब पिता जी कहन लगे उहदा कोई कुछ नहीं जे बिगाड़ सकता, उन्होंने किसी गल की कमी नहीं हुंदी। जिहदे वल परमात्मा होए उन्होंने किसी गल की कमी होएगी? परमात्मा के घर विच कोई कमी है? तो जिहदे पक्ष ते परमात्मा खड़ा है उन्होंने कोई खौफ नहीं जे। मस्कीन जी एक तर्क दिया करते सन कि परमात्मा द्रौपदी के पक्ष ते खड़ा है, द्रौपदी परमात्मा नहीं है। ये गल याद रखियो। वो अपने परमात्मा नूं प्यारे नूं याद करती है। रब आके पक्ष ते खड़ गया। ते रवायतक साखी है कि उन्होंने नगन करने का यतन किया जा रहा है, कपड़े उतारे जा रहे हैं, उतारे जा रहे हैं, उतारन वाले थक गए, द्रौपदी ने कोई नगन नहीं कर सकिया। अरे जिदे पक्ष ते परमात्मा खड़ा है तुसी ओनू नगन नहीं कर सके, तुसी ओदा कुछ नहीं बिगाड़ सके। जिदे वल परमात्मा होया ना, जां तू मेरे वल है तां क्या मोह छंदा, जे तू मेरे वल है तो मैं किते अगे जाके हथ फैलावां? मैं नहीं फैलावांगा। तुद सब कुछ मैनू सौंपिया। गल बड़ी कठिन है। रब जी का होना बड़ा कठिन है, गुरु जी का होना बड़ा कठिन है। तो जद बंदा रब दा हो जाता है ना, फरीदा जां तू मेरा होए रहे ते सब जग तेरा होए, जो हर का प्यारा सो सबना का प्यारा। जां तू मेरे वल है तां क्या मोह छंदा, तुद सब कुछ मैनू सौंपिया। जां तेरा बंदा, जो मैं तेरा बंदा बन गया। लक्ष्मी टोट न आवी, सीधे जे अर्थ है कि रब दे बंदे कोल माया दी भी टोट नहीं जे हुंदी, क्योंकि माया दा मालक ओदे वल है। मैं भट्ट साहबाना दे सवैयां विचों गुरु अमरदास साहब जी की सिफत विच एक सवैया पढ़िया। मैं आप जी नूं बेनती कर जावां। भट्ट जी आखदे, हे गुरु अमरदास जिदे सीस ते तेरा हथ होए ना, जिदे वल गुरु अमरदास कृपालू दयालू निमाणिया दे मान तुसी होवो, ते नर दुख न भुख ते नर निधन न कहिए। उन्होंने कोई दुख नहीं, कोई भुख नहीं, वो गरीब हो ही नहीं सकते। ते नर दुख न भुख ते नर निधन न कहिए, ते नर शोक न हुए। उन्होंने कोई गम नहीं, वो शोक आतर हुंदे ही नहीं। ते नर से अंत न नहीं है। अरे उन्होंने मनुखा कोलों पदार्थां दा अंत नहीं हुंदा जिन्हां वल गुरु अमरदास साहब तुसी होवो। ते नर सेव ना करे। सेव दा अर्थ हुंदा है मुहताजी कढनी।
गुरु अमरदास साहब जी जिन्हां वल तुसीं हो जो ना वो किसे दे मुथाज नहीं रह जाते। ते नर सेव ना करें ते नर सह सह समपै। जिन्हां वल गुरु अमरदास तुसीं हो, जिन्हां दे सीस ते तुहाडा हथ होवे, उन्होंने किसी को मंगना तो की है, वो तो हज़ारां पदार्थ लोगों को वंडते हैं। सिंह साहब जी मैं बेनती कर लगा, आज जितने भी ग्रंथी सिंह बैठे होंगे ताबे आते, मैं बड़ी बार बेनती की है, ये सच्चाई है कि ये बहुत अमीर घरां दे नहीं होंगे। तो फिर अरदास सिंह साहब को ग्रंथी को आके कराते हो क्यों? वो तो तुहाडे नालों किते गरीब आ। एक करोड़ापति हुणे सिंह साहब जी ने कोई बाहरों नाल लैके आया, सिंह साहब उन्होंने देखा, अरदास कराई, तो मेरे जहन में आया कि असीं लोग तुहाडी दित्ती हुई रिज़्क ते पलण वाले हैं। फिर करोड़ापति आदमी जिहड़ा है वो ग्रंथी को अरदास करा रहा ताबा बैठ के, क्यों? ये सच है कि साडे कोल कुछ नहीं होंदा, पर जिहदी ताबे असीं बैठे हुंदे ना उहदे कोल सब कुछ हुंदा। गुरु अमरदास साहब जी की सिफत करदे आ भट्ट जी आखदे, ते नर सेव ना करें ते नर सह सह समपै, ते नर दुलीचे बह। वो गलीचों ते बैठते हैं, जिन्हां ते गुरु अमरदास साहब जी तुहाडी मेहरबानी हो जाए, जिन्हां दे वल तुसीं होवो। ते नर उथप बिथपै, हे गुरु अमरदास साहब जी जिन्हां ते तुसीं कृपा करदे हो ना, वो अपने अंदरों विकारां नूं पुट के सुट दिंदे ने। ते नर उथप बिथपै सुख लह, ते नर संसार में अपै पट रिप मद ते, सके अथ ते नर जल भनै गुरु अमरदास सो प्रसन्न जिहे। जिदे वल गुरु होवे रब होवे, जाम गुरु होए वल। जे गुरु वल होवे ते बंदा दौलत दा गुमान नहीं करेगा, वो रब दी दित्ती दात समझेगा। जाम गुरु होए वल लख बाहें क्या कीजें, जे गुरु वल होवे ते लखां बाहां भी तेरा कुछ नहीं बिगाड़ सकदियां। जाम गुरु होए वल धने क्या गारव दिजै, जे गुरु वल होवे ते फिर बंदे नूं किसी दा खौफ नहीं जे रहिंदा। जिदे वल मेरा परमात्मा, मैं शायद ये शब्द रिपीट कर रहा तो मैनूं खिमा कर दो, तुहाडे चरणों च बेनती है। गुरबाणी अंदर एक तुक है कि परमात्मा अपनियां दी रखिया किवें करदा है। श्री गुरु रामदास पिता जी ने साडी बॉडी दी एक एग्जाम्पल दिती, एक इंद्रिय दी। सब तो शरीर अंदर मुलायम ते जेड़ा मास ते ब्लड तो बनया इंद्रा वो जुबान है। ते रहिंदी किथे आ? सारी उम्र 32 दंदां दे विच। कती दंदां ने कट के सुट दिती जुबान, ते बचाउने असीं आ। असीं यतन करते हैं कि नैचुरल का सिस्टम आ। श्री गुरु रामदास पिता कह लगे जैसे 31 30 32 है, जिमें 30 32 दंदां दी कैंची है, विच राखे रसना मास रत केरी। जिमें 32 दंदां दे विच परमात्मा जुबान नूं बचा के रखदा है, अरे जिहड़ा रब जी नाल जुड़ गया उहदा कोई कुछ नहीं जे बिगाड़ सकता। पहली पंक्ति है श्री राग महला पहला, आवो भैणे गल मिलै। हुण तां असीं एक दूजे दे गल पैने आ, गुरबाणी सानू गल मिलण दी गल करदी है। गुरु ग्रंथ साहब जी ने बचन किया है कि एक तो रब की महिमा नहीं बयान की जा सकती, कही नहीं जा सकती, ते दूसरी जेड़े मिल बैठते हैं उन्हों की भी महिमा बयान नहीं की जा सकती। गुरबाणी का फैसला है, मिलबे की महिमा बरन ना साको,
मिल बैठन की महिमा, इकत्तर एक जगह ते इकत्तर रहन की महिमा, परिवार विच एक इकत्तरता है, यूनिटी है, इकट्ठा परिवार है, उदी भी महिमा अपनी होएगी। मिलबे की महिमा वर्ण न साको, नानक परे परीला होए इकत्तर। मिलो मेरे भाई, भाई जी मिलो। अज पंथ का दुखांत पता की है। मैं अदीना बेग के बारे एक बात पढ़ी। वो जलंधर का राजा सी, उहदे कोल उहदे भरावां ने धक्के दे नाल उहदा राज भाग खो लिया। वो बेचारा नियास राजा होया फिरदा सी, धक्का होया सी उहदे नाल। ते जिहड़ा धक्का बर्दाश्त करदा ना वो कलयुगी आ। होए परवाना करे तिगाना, कलयुग कोई समा नहीं जे जद बंदे धक्का सहना प्रवान करना शुरू कर देन, धक्के का विरोध ना करन, समझ लेना बंदे कलयुगी हो गए ने। ये बेचारे ने धक्का सहा, लुट लिया दा सारा कुछ। ये पुछदा पछाउंदा ना खालसे कोल चला गया। किसी ने कहा तैनू कोई राज भाग दे सकता है, ते खालसा खालसिया ने यदी बेनती मान ली। जो इनू राज भाग वापस दे दिता ना जलंधर का अदीना बेग नूं, ते फिर इन्हें सिखां दे वास्ते ना लंगर का प्रबंध किया। कह लगा मैं तुहाडा धन्नवाद करना, तुहाडे वास्ते मैं एक पार्टी का प्रबंध किया ने कई तरह के पकवान बनाए। खालसा जी बह के शक्ल लग पे अपने हत्थां नाल परोस रहा। जो खालसा जी प्रशादा छक रहे सी, खड़ा हो गया, अद्धा क छकिया है। कह लगा अहो खालसा पंथ महानंग, मोहे अनाथ पर करियो एहसानंग। ए महान खालसा पंथ, मेरे ते तुहाडा बड़ा वड्डा एहसान। गई हुकूमत फेर दिवाई, मेरी गई हुई हुकूमत तुसी दोबारा मेरी झोली विच पा दिती। और सिखो तुसी तो लोगों नूं राज लैके दिंदे रहे हो। शरण परे की लाज रखाई। खालसा जी जिमें तुहाडे गुरु का सुभाव है, जो शरण आवे ते सकंठ लावे, ये गुण गुरु जी ने तुहाडे अंदर कुट कुट के भरिया होया। मैं तुहाडा कोई रिश्तेदार नहीं सी, मेरा तुहाडा कोई ब्लड का रिश्ता नहीं सी खालसा जी। ये तुहाडियां क्वालिटियां ने, ये तुहाडे कौमी गुण ने जो गुरु ने तुहानू दिते ने। विक्रम समबीर, सुनिया खालसा जी विक्रमाजीत बड़ा वड्डा बहादुर सी, पर मैं दावे नाल कह सकदा वो तुहाडा पानी भरदा होएगा। निडर सम आहे सिकंदर, सुनिया सी कि सिकंदर वर्गा निडर कोई नहीं, पर खालसा जी सिकंदर भी तुहाडा पानी भरदा जे। धर्मी फौज करन जैस, ज्ञानी ज्ञान सिंह दे पंथ प्रकाश विच ये अंकित है। कह लगे धर्मी फौजी तुसी करण नालों किते महान हो। सुनिया सी करण धर्मी फौजी है, पर करण वर्गे धर्मी फौजी भी तुहाडा पानी भरदे ने। जानियो जग अंदर देग तेग के मर्द, तुसी देग ते तेग चलाउण विच मर्द हो, मर्द हो तुसी। तुहाडी ना कदी देग ही खत्म होई, तुसी तेग चलाते हो, जित्तां प्राप्त करते हो। तुहाडी देग लोगों के मन मोह लैंदी आ। कोरोना काल दौरान लगातार सिंह साहब उन्होंने ड्यूटी की, जिन्ना लंगर आ गुरुद्वारियां विचों लोगों के घरां तक पहुंचा, लोगों के पेट तक पहुंचा। किसी होर धर्म स्थान तो एडी वड्डी तादाद अंदर किसी ने लंगर डोनेट किया। देग तेग के मर्द गर्द शतरन के तरता, अहो खालसा पंथ सर्व समर्थ के करता, तुम सब कुछ करने वाले हो। खालसे ने ज्यादा गल्लां सुनिया, बड़े सुचेत होकर सुनिया।
ਕਹਿੰਦੇ ਨੇ ਕਹਿਣ ਲੱਗਾ ਪਰ। ਜਦੋਂ ਪਰ ਕਿਹਾ ਨਾ ਤੇ ਜਿਨ੍ਹਾਂ ਦੇ ਬੁਰਕੀ ਹੱਥ ਵਿੱਚ ਸੀ ਉਹਨਾਂ ਦੀ ਹੱਥ ਵਿੱਚ ਹੀ ਰਹਿ ਗਈ। ਉਹ ਕਹਿਣ ਲੱਗੇ ਪਰ ਕੀ? ਕਹਿਣ ਲੱਗਾ ਛੱਡੋ, ਤੁਸੀਂ ਗੁੱਸਾ ਕਰ ਲੈਣਾ, ਰਹਿਣ ਦਿਓ। ਖਾਲਸਾ ਜੀ ਕਹਿਣ ਲੱਗੇ ਤੈਨੂੰ ਦੱਸਣਾ ਪਏਗਾ ਪਰ ਕੀ। ਕਹਿਣ ਲੱਗਾ ਹੱਥ ਜੋੜ ਕੇ ਬੇਨਤੀ ਆ, ਜਿਹੜੀ ਗੱਲ ਮੈਂ ਤੁਹਾਨੂੰ ਕਹਿਣ ਲੱਗਾ ਨਾ ਪਰ ਤੋਂ ਅੱਗੇ ਗੁੱਸਾ ਨਾ ਕਰਿਓ। ਕਹਿਣ ਲੱਗਾ ਦੀਨਾ ਬੇਗ ਨਹੀਂ ਕਰਾਂਗੇ। ਕਹਿੰਦੇ ਤੁਹਾਡੀਆਂ ਕਮਜ਼ੋਰੀ ਪਤਾ ਕੀ ਹੈ? ਬੇਇਤਫਾਕੀ ਐਬ ਵੱਡੋ, ਤੁਹਾਡੇ ਅੰਦਰ ਬੇਇਤਫਾਕੀ ਹੈ। ਤੁਹਾਡੇ ਹਾਲਾਤ ਪਤਾ ਕਿਹੋ ਜਿਹੇ ਨੇ? ਜਿਵੇਂ ਕੋਈ ਮੰਜੇ ਦੇ ਉੱਪਰ, ਬੈੱਡ ਦੇ ਉੱਪਰ ਵਧੀਆ ਵਧੀਆ ਕੀਮਤੀ ਫੁੱਲ ਲਿਆ ਕੇ ਵਿਛਾ ਦੇ ਤੇ ਉਹਦੇ ਉੱਪਰ ਗੰਦੀ ਜੀ ਚਾਦਰ ਪਾ ਦੇ। ਬੇਇਤਫਾਕੀ ਐ ਬੜੋ ਐ ਮਹਾਹੀ, जिसने सब गुण टांप फल पकड़ न देई है, एक दुती के बीच सिंह सिंह कहे न चाहिए है। एक आखदा मैं ही महान, दूसरा आखदा मैं ही महान। आ सोशल मीडिया ते कई ऐसे ने ਜਿਹੜੇ ਆਪਣੀ ਮਹਾਨਤਾ ਦਾ ਸ਼ਿੱਕਾ ਚਲਾਈ ਫਿਰਦੇ ਨੇ, ਪੁੱਛਦਾ ਕੋਈ ਹੈ ਨਹੀਂ। ਕੌਮਾਂ ਖਤਮ ਹੋ ਜਾਂਦੀਆਂ ਜਿਨ੍ਹਾਂ ਵਿੱਚ ਬੇਇਤਫਾਕੀ ਹੋ ਜਾਏ, ਘਰ ਖਤਮ ਹੋ ਜਾਂਦੇ ਨੇ ਜਿਨ੍ਹਾਂ ਵਿੱਚ ਬੇਇਤਫਾਕੀ ਹੋ ਜਾਏ। ਗੁਰਦੁਆਰੇ ਵੀ ਸਾਨੂੰ ਸਿੱਖਿਆ ਪਤਾ ਕੀ ਮਿਲਦੀ ਆ? ਸਤ ਸੰਗਤ ਮਿਲ ਰਹੀ ਹੈ, ਬੈਠਣਾ ਨਹੀਂ ਹੈ, ਮਿਲਣਾ ਵਾ। ਆਵੋ ਭੈਣੇ ਗਲ ਮਿਲੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ। ਤੇ ਅੱਜ ਵੀ ਹਜ਼ੂਰ ਆਖਦੇ ਨੇ ਆਵੋ ਭੈਣੇ ਗਲ ਮਿਲੇ, ਇੱਕ ਦੂਜੇ ਦੇ ਗਲ ਮਿਲੋ, ਗਲ ਪਾਓ ਨਾ। ਇਹ ਨਹੀਂ ਸਾਨੂੰ ਗੁਰੂ ਜੀ ਨੇ ਸਿਖਾਇਆ। ਇਕੱਤਰ ਹੋ ਕੇ ਰਹੀਏ। ਖਿਆਲਾਂ ਦਾ ਵਖਰੇਵਾਂ ਹੁੰਦਾ ਵਾ, ਇਹ 'ਚ ਕੋਈ ਸ਼ੱਕ ਨਹੀਂ, ਪਰ ਉਹਨਾਂ ਵਖਰੇਵਿਆਂ ਨੂੰ ਆਪਣੇ ਤੱਕ ਰੱਖੀਏ, ਦੂਜੇ ਤੇ ਥੋਪੀਏ ਨਾ। ਤੇ ਹਜ਼ੂਰ ਅੱਜ ਫਰਮਾਉਂਦੇ ਨੇ ਐ ਮੇਰੀਓ ਭੈਣੋ ਆਵੋ ਗਲ ਮਿਲੀਏ। ਤੇ ਮਿਲ ਕੇ ਕੀ ਕਰਨਾ? ਮਿਲ ਕੇ ਕਰਾਂ ਕਹਾਣੀਆਂ, ਮਿਲ ਕੇ ਕਹਾਣੀਆਂ ਕਰੀਏ ਉਸ ਰੱਬ ਦੀਆਂ ਸਿਫਤਾਂ ਕਰੀਏ ਸਤਸੰਗ ਵਿੱਚ ਬੈਠ ਕੇ। ਸਾਨੂੰ ਪਤਾ ਕੀ ਸਿਖਾਇਆ ਗਿਆ ਕਿ ਇਹ ਆਖਿਆ ਕਰ ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਵੋ। ਗੁਰਸਿੱਖ ਪ੍ਰਾਹੁਣਿਆ ਤੂੰ ਭਲਕੇ ਅੰਮ੍ਰਿਤ ਵੇਲੇ ਉੱਠ ਤੇ ਮੇਰੇ ਘਰ ਆ ਮਿਲ ਕੇ ਪਰਮਾਤਮਾ ਦੀ ਇਬਾਦਤ ਕਰੀਏ, ਕਿਉਂਕਿ ਮਿਲ ਗਏ ਕੀ ਮਹਿਮਾ ਬਰਨ ਨਾ ਸਕੋ। ਆ ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਵੋ, ਪਾਉ ਫਖਾਲਾ ਤਿਸ ਕੇ। ਅਸੀਂ ਤੇ ਪੈਰ ਵੱਢਦੇ ਹਾਂ। ਬਾਬੇ ਨੇ ਕਿਹਾ ਸੀ ਪੈਰੀ ਪਵਣਾ ਜਗ ਵਰਤਾਇਆ, ਭਾਵ ਨਿਮਰਤਾ। ਪਾਉ ਪਖਾਲਾ ਤਿਸ ਕੇ ਮਨ ਤਨ ਨਿਤ ਭਾਵੋ, ਨਾਮ ਸੁਣੈ ਨਾਮ ਸੰਗਰੈ। ਆ ਗੁਰਸਿੱਖ ਪ੍ਰਾਹੁਣਿਆ ਤੂੰ ਵਾਹਿਗੁਰੂ ਦੀਆਂ ਬਾਤਾਂ ਕਰੇ ਤੇ ਮੈਂ ਸੁਣਾ। ਨਾਮੈ ਲਿਵ ਲਾਵੋ, ਮੈਂ ਤੁਹਾਡੇ ਨਾਲ ਬੈਠ ਕੇ ਗੁਰਸਿੱਖ ਪ੍ਰਾਹੁਣਿਓ ਨਾਮ ਨਾਲ ਲਿਵ ਲਾ ਲਵਾਂ। ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ, ਉਹ ਪਰਮਾਤਮਾ ਜੋ ਸਭ ਕੁਝ ਕਰਨ ਦੇ ਸਮਰੱਥ ਹੈ। ਗੁਰੂ ਗ੍ਰੰਥ ਸਾਹਿਬ ਦਾ ਇੱਕ ਬਚਨ ਯਾਦ ਆਇਆ, ਸ਼ੇਰ ਦਾ ਸੁਭਾਅ ਹੈ ਮਾਸ ਖਾਣਾ, ਹੈ ਨਾ, ਕੁਦਰਤ ਨੇ ਬਣਾਇਆ। ਤੇ ਜੇ ਰੱਬ ਚਾਹੇ ਨਾ ਤੇ ਸ਼ੇਰ ਨੂੰ ਘਾਹ ਖਵਾ ਸਕਦਾ ਜੇ। ਸ਼ੀਹਾਂ ਬਾਜਾਂ ਚਰਗਾਂ ਕੂਈਆਂ ਇਹਨਾਂ ਖਵਾਲੇ ਘਾਹ। ਚਰਗ ਨੂੰ, ਸ਼ੇਰ ਨੂੰ, ਬਾਜ ਨੂੰ ਜੇ ਰੱਬ ਚਾਹੇ ਘਾਹ ਖਵਾ ਸਕਦਾ। ਘਾਹ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ। ਉਹ ਸਮਰੱਥ ਹੈ, ਜਿਹੜੇ ਘਾਹ ਖਾਣ ਵਾਲੇ ਨੇ ਉਹਨਾਂ ਨੂੰ ਮਾਸ ਖਵਾ ਸਕਦਾ। ਨਦੀਆਂ ਵਿੱਚ ਟਿੱਬੇ ਦੀ ਖਾਲੇ, ਜਿੱਥੇ ਗਹਿਰੀਆਂ ਨਦੀਆਂ ਨੇ ਉਹਨਾਂ ਵਿੱਚੋਂ ਟਿੱਬੇ ਪਹਾੜ ਪੈਦਾ ਕਰਦਾ। ਉਹ ਥਲੀ ਕਰੇ ਅਸਗਾ, ਜਿਹੜੀਆਂ ਪੱਧਰੀਆਂ ਜ਼ਮੀਨਾਂ ਨੇ ਛਿੰਨ ਵਿੱਚ ਹੀ ਪਾੜ ਪਾ ਕੇ ਦਰਿਆ ਬਣਾ ਸਕਦਾ। ਉਹ ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆਹ।
वो कीड़े वर्गे इंसान नूं शहनशाह बना सकता है। अगली पंक्ति जी गौर करियो, जेते जी जीवें लै साहां, जिन्ने जी जींदे ने, साहां तो बिना कुछ जींदा वेख्या जे? साह नाल ही बंदा जींदा। हम आदमी हाँ एक दमी, दम नाल बंदा जींदा है, पर रब जे चाहे तो दमां तो बिना भी जींदा रख सकता है। इन्नी उहदे कोल समर्था है। मिल के करे कहानियां समर्थ कंतकियां, साचे साहिब सब गुण। वाहिगुरु जी दे अंदर गुण ही गुण ने, गुण ही गुण ने। वाहिगुरु जी दे नाम अंदर गुण ही गुण ने। ते गुरु नानक पिता कहन लगे, औगण सब असां, साडे विच सारे ही औगण ने। मुझ अवगण तप तप लो लो हाथ में रो रो। बाबा फरीद जी, बावल होई मैं दीवानी होई, पगली होई, शदैन होई, रब जी नूं ढूंढ रही हूँ। बाबा फरीद आखते ने, बावल होई शो शह लोरो, तै शह मन में किया रोश। लगदा मेरे रब ने मेरे नाल गुस्सा किया होया, मेरे नाल बोलदा नहीं ना, मैनूं लगदा है कि मेरे रब जी मेरे नाल गुस्से ने। ते फिर अगे आप ही आखते ने, मुझ अवगण, जे रब जी मेरे तो गुस्से ने तो अवगण मेरे विच ही कोई होएगा। दद्दा दोष ना देऊं किसे, दोष कर्म अपने आ। मुझ अवगण शह ना ही दोष। ते कह लगे होया पता की, तै सब की मैं सार ना जानी। बंदा माया की कीमत जानदा है, माया की सार जानदा है, परिवार की सार जानदा है। जिन्हें सब कुछ दिता हुंदा उन्होंने भुल ही जाता है। औगण सब असां, जाए पुछो सुहागणी। उन्होंने सुहागणियां नूं गुरु नानक पिता कहन लगे, जाके पुछो किहड़ियां जिहड़ियां रब नूं मिलियां होईयां ने। तुसी राविया किन्नी गुणी, तुसी रब जी नाल जुड़ियां, रब जी नाल जुड़ के तुसी आत्मक हुलारे लाए, वाहिगुरु वाहिगुरु जपदियां जपदियां तुसी अफुर अवस्था विच पहुंच गईयां। तुसी रब जी नूं मिलियां किवें जे, सब कुछ होया किवें? ते फिर अगों जवाब दिंदियां ने, सहज संतोख शिंगारियां। रब मिलदा जिहड़ा आत्मक अडोलता विच टिकिया रहे, रब मिलदा जिहदे अंदर संतोख होवे। जिहड़े सहज ते संतोख नाल अपना शिंगार कर लैंदे ने। असली शिंगार बंदे दे गुण हुंदे ने। जिहड़ा फिजिकल शिंगार है ना, ये तो सवेरे करो तो शामी खत्म, पर गुणां दा सत्कार। सिंह साहब जी, कई बंदे हुंदे ने जिहड़े सत्कार दे योग नहीं हुंदे, पर सत्कार मिल जाता। कई परसनैलिटियां ऐसियां हुंदियां ने जिहड़ियां सत्कार दे योग हुंदियां ने। वो परसनैलिटियां ने जिहड़ियां परमात्मा नाल जुड़ियां ने, और उन्हां दा सत्कार सदीवी होएगा। माया का सत्कार सदीवी नहीं जे हुंदा, चेर का सत्कार सदीवी नहीं जे हुंदा। जिहड़ा मिठा बोलदा है, निम चलदा है, उन्नू परमात्मा मिलदा है, ते संसार भी उन्नू प्यार करदा है। सहज संतोख शिंगारियां मिठा बोलनी, मिठा मिठा बोलो। गुरु ग्रंथ साहिब पिता जी दे बचन ने कि अपनी जिंदगी का बंदिया मुतालिया करके देखी, जदों भी किते रिश्ते टुटे होणगे, रिश्तियां में दुफाड़ पई होएगी, कोई तलवार नहीं चली होएगी, कोई बंदूक नहीं चली होएगी, कोई शस्त्र नहीं चलिया होएगा, केवल जुबान चली होएगी। ये गुरु ग्रंथ साहिब जी मनते हैं कि टूट प्रीत गई बुरबोल। कह लगे प्रीत टुट गई जदों मैं बुरा बोलिया। बुरा बोलने नाल कदी भी प्रीत नहीं जे पैंदी। जिथे भी प्रीत पई होएगी, मिठा बोल के पई होएगी। गंढ प्रीति मिठे बोल, गुरु ग्रंथ साहब। प्रीत की गंढ है मिठे बोल। मिठे बोल प्रीत पा दिंदे ने, ते कौड़े बोल प्रेम तोड़ दिंदे ने।
अरे मिठा बोलो। मैं भाई गुरदास साहब का एक बचन पढ़िया, जैसे बाण धनुख सैत होवे निज बस। बंदे कोल धनुख है, तीर है, कमान है, पत्था है, वो वस विच है, वो जो मालिक है। जैसे बाण धनुख होए निज वस, छूट तन आवे फुन जतन से हाथ जी। एक बार तीर निकल गया कमान विचों, मुड़ के वापस आएगा? बोल अंदर ने जे एक बार निकल के वापस नहीं आउंदे, फिर बंदा सफाइयां दिंदा, फिर सोशल मीडिया ते जांदा। अगला वचन है, जैसे बाग बंद साला बिखे बंद हो रहा है। जिहड़ा शेर है ना पिंजरे विच है, बज्जिया कंट्रोल विच है, वो किसी को मारेगा नहीं। बाज पिंजरे विच है, वो किसी का कत्ल नहीं करेगा, किसी को मारेगा नहीं। जैसे बाग बंद साला बिखे बंद हो रहा है, खुले तो ना आवे बस बसै ना साथ जी। एक बार ओदा पिंजरा खुल गया, ओदे विचों निकल गया, मुड़ के वस विच नहीं आएगा। जैसे दीप तन ना जानिए भवन बिखै। घर विच दीवा जगदा है ना, बाहर किसी को नहीं कोई पता। होर उदाहरण दे दिया, घर विच सिलेंडर है, रोटी पका रहा है, किसी को कुछ नहीं पता, कोई आवाज़ नहीं, तो जे वो फट जाए फिर कंट्रोल होएगा? जैसे दीप तन ना जानिए भमन बिखै, दावा नाल पहे ना दुराए दुरै नाथ जी। तैसे मुख मद बाणी बस्त न को लखै। बोलिए विचार के बोली, समझ के बोली। मैं धनीराम चातरिक जी की एक कविता पढ़ी, बोटी तोला नरम मास दी बनजे तेज कटारी जीभ। लकड़ी वांग दिलां नूं चीरे बिन दंदियां दे आरी जीभ। ओए बुढ़ बोले मूँह तो गल तो चंगी करिया कर, तेरे चुल्हे मूँह में धुखदी भखदी दिसे तेरी अंगियारी जीभ। तेनू पता नहीं कि जीभ चढ़ाए हाथी उत्ते, जीभ लताड़े हाथी पैर। जीभ शत्रु मित्र बनाए। जिन्ने भी शत्रु बने होणगे जुबान करके बड़े होणगे, चुप रहन करके नहीं। जीभ शत्रु मित्र बनाए, तोड़े रिश्तेदारी जीभ। सत्यानाश न हिंददा हुंदा, छिड़के कैरों पांडों जंग। जेकर द्रौपदी सांभ रखदी मूँह विच। इन्नी गल कही ना, अन्ने दी औलाद अन्ना ही रहो। यही क्या सी ना दुर्योधन नो, एक बचन। सत्यानाश न हिंददा हुंदा, छिड़के कैरों पांडों जंग। जेकर द्रौपदी सांभ रखदी मूँह विच तेग दुधारी जीभ। 32 पहरेदार बनाए रब ने करके इसनू कैद। फिर भी वार दिलां ते करदी चंडी, औगण हारी जीभ। पुछो जाके उन्होंने रब जी किवें मिलते हैं? मिठा बोलण नाल, संतोख नाल। पिररी सालू तां मिलै जां, पिररी सालू तां मिलै जां गुर का शब्द सुनी। परमात्मा रसां दा घर है। जिथे जिथे असीं रस माणदे हैं ना, वनस्पति विचों, फलां राहीं, प्रशादे पानी राहीं, ये सारा परमात्मा ही भरदा है। उहदी प्रकृति दे निज़म अंदर है, उन्हें सारा कुछ पैदा किया। उहदा शब्द जद कोई गुरु राहीं सुनदा है तो शब्द नूं समर्पित हुंदा है, सरेंडर हुंदा। सुनना बड़ा सौखा जे, शब्द की विचार कर लैनी नहीं सौखी जे। समर्पित हो के जीना बड़ा औखा जे। ते बंदा चेंज उन्नी देर हो नहीं सकता जिन्नी देर ज्ञान नूं समर्पित ना होए। केतियां तेरियां कुदरती केवड़ तेरी दात। किन्नियां तेरियां ताकतां ने, तेरियां ताकतां दा बयान नहीं किया जा सकता। किन्नियां तू जीवां नूं दातां दे रहा है, तेरियां दातां दा भी अंत नहीं है कोई अंत? बाबा नानक साहब का बचन पढ़ते हो गुरु प्यारिओ, कि बहुता कर्म लिखिया ना जाए। तेरी बड़ी वड्डी बख्शिश है, किवें लिखां? असीं आखदे रब ने दिता ही की है। बाबा नानक साहब आखदे आ तेरी इन्नी वड्डी बख्शिश है मेरे वाहिगुरु, मैं किवें लिखां? नानक नहीं लिख सकता।
ਵੱਡਾ ਦਾਤਾ ਤਿਲ ਨਾ ਤਮਾਏ। ਤੂੰ ਵੱਡਾ ਦਾਤਾ, ਕੇਵਲ ਦਿੰਦਾ ਵਾ, ਲੈਂਦਾ ਕੁਛ ਵੀ ਨਹੀਂ। ਤੈਨੂੰ ਤਿਲ ਜਿੰਨੀ ਵੀ ਤਮਾ ਨਹੀਂ ਆ। ਬੰਦਾ ਤਿਲ ਜਿੰਨਾ ਦਿੰਦਾ ਪਹਾੜਾਂ ਜਿੰਨੀ ਲੈਣ ਦੀ ਸੋਚ ਰੱਖਦਾ। ਬਾਬਾ ਨਾਨਕ ਸਾਹਿਬ ਹੀ ਆਖਦੇ ਨੇ, ਦੇ ਦੇ ਮੰਗੇ ਸਹਿਸਾ ਗੂਣਾ। ਤੇ ਫਿਰ ਆਖਦਾ ਸ਼ੋਭ ਕਰੇ ਸੰਸਾਰ। ਕੇਤੀਆਂ ਤੇਰੀ ਕੁਦਰਤੀ, ਕੇਵਟ ਤੇਰੀ ਦਾਤ। ਕੇਤੇ ਤੇਰੇ ਜੀ ਜੰਤ, ਸਿਫਤ ਕਰੇ ਦਿਨ ਰਾਤ। ਬੇਅੰਤ ਨੇ ਐਸੇ ਜੀਵ ਜੰਤ, ਤੇਰੇ ਪੈਦਾ ਕੀਤੇ ਹੋਏ ਇਹ ਮਹਾਂਪੁਰਖ ਗੁਣੀ ਜਨ, ਜਿਹੜੇ ਦਿਨ ਰਾਤ ਤੇਰੀ ਸਿਫਤ ਕਰਦੇ ਨੇ, ਦਿਨ ਰਾਤ ਤੇਰੇ ਨਾਮ ਵਿੱਚ ਰੰਗੇ ਹੋਏ ਨੇ। ਮੈਂ ਇੱਕ ਆਪ ਜੀ ਦੇ ਚਰਨਾਂ 'ਚ ਬੇਨਤੀ ਕਰ ਜਾਵਾਂ, ਧਾਰਮਿਕ ਹੋਣਾ ਸਦੀਵੀ ਹੋਣਾ ਹੁੰਦਾ ਹੈ। ਅਸੀਂ ਗੁਰਦੁਆਰੇ 'ਚ ਬੈਠੇ ਹਾਂ, ਘੰਟਾ ਕਥਾ ਸੁਣ ਲਈ, ਕੀਰਤਨ ਸੁਣ ਲਿਆ। ਸਾਡੇ ਵਰਗਿਆਂ ਨੇ ਘੰਟਾ ਕਥਾ ਕਰ ਲਈ, 2 ਘੰਟੇ ਕੀਰਤਨ ਕਰ, ਧਾਰਮਿਕ ਹੋ ਗਏ ਨਾ। ਧਾਰਮਿਕ ਹੋਣਾ ਵਕਤੀ ਨਹੀਂ ਹੁੰਦਾ, ਸਦੀਵੀ ਹੁੰਦਾ ਹੈ। ਤੂੰ ਗੁਰਦੁਆਰੇ ਉੱਠ ਕੇ ਘਰ ਜਾਏ ਤਾਂ ਵੀ ਤੂੰ ਧਾਰਮਿਕ ਹੋਵੇ, ਦੁਕਾਨ ਤੇ ਜਾਏ ਤਾਂ ਵੀ ਧਾਰਮਿਕ ਹੋਵੇ। ਅਸੀਂ ਧਰਮ ਨੂੰ ਕੇਵਲ ਗੁਰਦੁਆਰੇ ਦੀ ਬਾਉਂਡਰੀ ਤੱਕ ਸੀਮਤ ਕਰ ਦਿੱਤਾ। ਹਾਂ, ਇੱਥੋਂ ਜਿਹੜਾ ਘੰਟਾ ਬਤੀਤ ਕਰਕੇ ਜਾਣਾ ਨਾ, ਸਿੱਖ ਕੇ ਜਾਣਾ ਕਿ ਬਾਕੀ ਦੇ 23 ਘੰਟੇ ਮੈਂ ਧਾਰਮਿਕ ਕਿਵੇਂ ਰਹਿਣਾ। ਅਸੀਂ ਇਹ ਥੋਟ, ਇਹ ਵਿਚਾਰ, ਇਹ ਖਿਆਲ ਲੈ ਕੇ ਆਉਂਦੇ ਹੀ ਨਹੀਂ। ਮੁਬਾਰਕ ਹੈ ਇਹ ਸਮਾਂ, ਜਿਹੜਾ ਸਮਾਂ ਤੁਸੀਂ ਗੁਰੂ ਚਰਨਾਂ 'ਚ ਲਗਾਉਂਦੇ ਹੋ, ਬੈਠਦੇ ਹੋ ਗੁਰੂ ਚਰਨਾਂ 'ਚ, ਗੁਰੂ ਪਿਆਰਿਓ, ਮੁਬਾਰਕ ਹੈ, ਸਮਾਂ ਸਫਲ ਹੈ। ਪਰ ਜ਼ਿੰਦਗੀ ਸਫਲ ਹੋਏਗੀ ਇਸ ਸਮੇਂ ਦੇ ਦੌਰਾਨ ਜੋ ਗੁਰੂ ਨੇ ਦਿੱਤਾ ਹੈ, ਜੇ ਉਹ ਹਿਰਦੇ ਦਾ ਸ਼ਿੰਗਾਰ ਬਣ ਗਿਆ ਤਾਂ। ਅੱਗੇ ਹਜ਼ੂਰ ਆਖਰੀ ਪੰਕਤੀ ਵਿੱਚ ਫਰਮਾਉਂਦੇ ਨੇ, ਕੇਤੇ ਤੇਰੇ ਰੂਪ ਰੰਗ। ਕਿੰਨੀਆਂ ਤਰ੍ਹਾਂ ਦੇ ਤੂੰ ਜੀਵ ਪੈਦਾ ਕੀਤੇ ਨੇ, ਕਿੰਨੀਆਂ ਰੰਗਾਂ ਦੇ, ਕਿੰਨੇ ਰੂਪ ਨੇ। ਕੁਦਰਤ ਕਦੀ ਵੀ ਰਿਪੀਟ ਨਹੀਂ ਕਰ, ਰੈਪੀਟੇਸ਼ਨ ਕੁਦਰਤ ਦਾ, ਨੇਚਰ ਦਾ ਸਿਸਟਮ ਨਹੀਂ ਜੇ। ਰੱਬ ਨੇ ਇੱਕ ਵਰਗਾ ਕਦੀ ਦੂਸਰਾ ਬਣਾਇਆ? ਅਸੀਂ ਰਿਪੀਟ ਕਰਦੇ ਹਾਂ। ਪਰਮਾਤਮਾ ਕੁਛ ਵੀ ਰਿਪੀਟ ਨਹੀਂ ਕਰਦਾ। ਜਿਸ ਬੱਚੇ ਨੂੰ ਉਹਨੇ ਅੱਜ ਜਨਮ ਦੇ ਦਿੱਤਾ, ਨਾ ਇਹਦੇ ਵਰਗਾ ਕਦੀ ਪਹਿਲਾਂ ਸੀ, ਨਾ ਕੋਈ ਬਾਅਦ 'ਚ ਹੋਏਗਾ। ਜੇ ਇਹ ਵਖਰੇਵਾ ਨਾ ਹੋਏ ਤੇ ਸੰਸਾਰ ਚੱਲ ਸਕੇ। ਸਾਰਿਆਂ ਦੀ ਆਵਾਜ਼ ਇੱਕੋ ਜਿਹੀ ਨਹੀਂ, ਸਾਰਿਆਂ ਦੀ ਚਾਲ ਇੱਕ ਜੈਸੀ ਨਹੀਂ। ਮੇਰੇ ਕਰਤਾ ਇੱਕ ਖੇਲ ਬਣਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਆਪੇ ਫਰਕ ਕੀਤਨ ਘੱਟ ਅੰਤਰ, ਆਪੇ ਨੇ ਫਰਕ ਪੈਦਾ ਕੀਤਾ। ਕੇਤੇ ਤੇਰੇ ਰੂਪ ਰੰਗ, ਕੇਤੇ ਜਾਤ ਅਜਾਤ। ਮਨੂ ਸਿਮਰਤੀ ਦੇ ਮੁਤਾਬਕ ਕਈ ਨੀਵੀਆਂ ਜਾਤਾਂ ਦੇ ਲੋਕ ਕਹੇ ਜਾਂਦੇ ਨੇ। ਲੋਕ ਹੀ ਆਖਦੇ ਨੇ ਬਾਬੇ ਨੇ ਕੋਈ ਨੀਵੀਂ ਜਾਤ ਦਾ ਪੈਦਾ ਨਹੀਂ ਕੀਤਾ, ਬਾਬੇ ਨੇ ਕੇਵਲ ਇਨਸਾਨ ਪੈਦਾ ਕੀਤਾ। ਸੱਚ ਮਿਲੈ ਸੱਚ ਉਪਜੈ, ਸੱਚ ਮੈਂ ਸੱਚ ਸਮਾਏ। ਜਿਹੜਾ ਸੱਚ ਨਾਲ ਮਿਲਦਾ, ਸਿਮਰਨ ਨਾਲ ਜੁੜਦਾ, ਉਹ ਰੱਬ ਜੀ ਵਿੱਚ ਸਮਾ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਸੱਚ ਮਿਲੈ ਸੱਚ ਉਪਜੈ, ਸੱਚ ਮੈਂ ਸਾਜ ਸਮਾਏ। ਸੁਰਤ ਹੋਵੇ ਪਤ ਉਗਵੈ, ਜਿਹਦੀ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਂਦੀ ਹੈ, ਉਹਦੀ ਸਦੀਵੀ ਪਤ ਪੈਦਾ ਹੋ ਜਾਂਦੀ ਹੈ। ਗੁਰ ਬਚਨੀ ਭਉ ਖਾਏ। ਜਿਹੜਾ ਖੌਫ ਹੈ ਨਾ, ਡਰ ਹੈ, ਇਹ ਗੁਰੂ ਦੇ ਬਚਨ ਨਾਲ ਮਿਟਦਾ ਹੈ। ਜਿਨ੍ਹਾਂ ਭਉ ਤਿਨਾ ਨਾਹੇ ਭਉ, ਗੁਰ ਬਚਨੀ ਭਉ ਖਾਏ। ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਿਲਾਏ। ਹੇ ਨਾਨਕ, ਜਦ ਬੰਦਾ ਗੁਰੂ ਨਾਲ ਜੁੜਦਾ ਹੈ ਤੇ ਉਹ ਸੱਚਾ ਪਾਤਸ਼ਾਹ ਆਪੇ ਹੀ ਆਪਣੇ ਨਾਲ ਮਿਲਾ ਲੈਂਦਾ। ਇੰਨੇ ਕੁ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਖਿਮਾ ਕਰਨੀਆਂ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।